ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਰਿਆਂ ਤੇ ਰਹਿਮਤ ਤਰਸ ਕਰਕੇ ਸਾਡੀ ਜ਼ਿੰਦਗੀ ਨੂੰ ਸਵਾਰਨ ਦੇ ਲਈ ਜੋ ਅੱਜ ਦਾ ਇਲਾਹੀ ਫਰਮਾਨ ਬਖਸ਼ਿਸ਼ ਕੀਤਾ ਹੈ। ਇਸ ਸ਼ਬਦ ਦੇ ਨਾਲ ਇੱਕ ਮਿਕਤਾ ਹਾਸਲ ਕਰਨ ਦਾ ਆਪਾਂ ਯਤਨ ਕਰਨਾ ਹੈ। ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਿਹਾ ਹੈ। ਸ਼ਬਦ ਦੇ ਨਾਲ ਜਦੋਂ ਸੁਰਤ ਜੁੜ ਜਾਂਦੀ ਹੈ, ਫਿਰ ਜਦੋਂ ਸਰੀਰ ਜਿਹੜੇ ਵੀ ਐਕਸ਼ਨ ਕਰਦਾ ਉਹ ਸ਼ਬਦ ਦੇ ਮੁਤਾਬਕ, ਬਾਣੀ ਦੇ ਮੁਤਾਬਕ ਹੁੰਦਾ ਹੈ। ਜਾਂ ਦੂਸਰੇ ਲਫ਼ਜ਼ਾਂ ਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਕੀਤੀ ਹੈ ਤੇ ਉਹਨਾਂ ਨੇ ਦਰਪਣ ਦਾ ਨਾਂ ਦਿੱਤਾ ਹੈ। ਦਰਪਣ ਦਾ ਮਤਲਬ ਹੁੰਦਾ ਹੈ ਸ਼ੀਸ਼ਾ, ਮਿਰਰ। ਸਵੇਰੇ ਅਸੀਂ ਰੋਜ਼ ਤਿਆਰ ਹੋਣ ਦੇ ਲਈ ਉਹਨੂੰ ਵਰਤਨੇ ਆ। ਸੇਮ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੂੰ ਪੜ੍ਹ ਕੇ ਆਪਣੇ ਵਿਵਹਾਰ ਨੂੰ ਗੁਰੂ ਦੀ ਬਾਣੀ ਦੇ ਮੁਤਾਬਕ ਅਸੀਂ ਸਵਾਰਨਾ ਹੁੰਦਾ। ਇਸ ਲਈ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਦੇ ਵਿੱਚ ਇਹਨੂੰ ਉਤਾਰਨਾ ਹੈ। ਤੇ ਅੱਜ ਦੇ ਸ਼ਬਦ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਮੁਖਾਰ ਬਿੰਦ ਤੋਂ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ। ਸੂਹੀ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 760 ਉੱਤੇ ਸੁਭਾਈਮਾਨ ਹੈ। ਆਰੰਭਤਾ ਹਜ਼ੂਰ ਨੇ ਕੀਤੀ ਹੈ ਇੱਕ ਓੰਕਾਰ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਓੰਕਾਰ ਦਾ ਮਤਲਬ ਓਮਨੀ ਪ੍ਰੈਜ਼ੈਂਟ ਹੈ, ਐਵਰੀਵੇਅਰ ਹੈ, ਆਲ ਪ੍ਰਵੇਡਿੰਗ ਹੈ, ਹਰ ਥਾਂ ਤੇ ਉੱਤੇ ਉਹ ਸੁਭਾਈਮਾਨ ਹੈ। ਸਤ ਗੁਰ ਪ੍ਰਸਾਦ, ਸੱਚੇ ਗੁਰੂ ਦੇ ਗਿਆਨ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੂਝ ਪੈਂਦੀ ਹੈ। ਗੁਰੂ ਇੱਕ ਇੰਸਟੀਟਿਊਸ਼ਨ ਨੇ। ਜਦੋਂ ਗੁਰਦੁਆਰੇ ਦੇ ਰਾਹੀਂ, ਬਾਣੀ ਦੇ ਰਾਹੀਂ, ਕੀਰਤਨ ਦੇ ਰਾਹੀਂ, ਪਾਠ ਦੇ ਰਾਹੀਂ, ਸੇਵਾ ਸਿਮਰਨ ਦੇ ਰਾਹੀਂ ਇੱਕ ਇੰਸਟੀਟਿਊਸ਼ਨ ਦੇ ਵਿੱਚੋਂ ਸਾਨੂੰ ਗੁਜ਼ਾਰ ਕੇ ਰੱਬ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋਣ ਦੇ ਕਾਬਿਲ ਗੁਰੂ ਸਾਹਿਬ ਜੀ ਬਣਾਉਂਦੇ ਨੇ। ਉਸ ਰਾਹ ਦੇ ਉੱਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਤੁਰਿਆ ਜਾ ਸਕਦਾ ਹੈ। ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਪ੍ਰਾਪਤੀ ਹੈ ਉਹ ਵੀ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦੀ। ਇਸ ਕਰਕੇ ਇਹ ਸਾਰਾ ਰਾਹ ਗੁਰੂ ਦੀ ਕਿਰਪਾ ਦਾ ਰਾਹ ਹੈ। ਤੇ ਅੱਜ ਹਜ਼ੂਰ ਨੇ ਕਿਰਪਾ ਕੀਤੀ ਹੈ, ਆਪ ਜਗਿਆਸੂ ਰੂਪ ਹੋ ਕੇ ਉਸ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਫਰਿਆਦ ਕੀਤੀ, ਪ੍ਰੇਅਰ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਨੇ, ਚਰਨ ਕਮਲ ਸ਼ਰਨਾਏ ਨਾਰਾਇਣ। ਨਾਰਾਇਣ, ਜੇ ਤੁਸੀਂ ਇਹ ਬਾਣੀ ਦਾ ਸ਼ਬਦ ਆਪ ਪੜ੍ਹੋ ਤੇ ਤੁਸੀਂ ਵੇਖੋਗੇ ਨਾਣੇ ਨੂੰ ਕੋਈ ਵੀ ਮਾਤਰਾ ਨਹੀਂ ਲੱਗੀ ਹੋਈ, ਜਿਹਦਾ ਮਤਲਬ ਹੈ ਗੁਰੂ ਸਾਹਿਬ ਜੀ ਨੇ ਸੰਬੋਧਨ ਕੀਤਾ ਹੈ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਚਰਨ ਕਮਲ, ਮੈਨੂੰ ਆਪਣੇ ਚਰਨਾਂ ਕਮਲਾਂ ਦੇ ਵਿੱਚ ਜੋੜ ਲੈ, ਆਪਣੀ ਸ਼ਰਨ ਦੇ ਵਿੱਚ ਰੱਖ ਲੈ। ਇਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਰਦਾਸ ਕੀਤੀ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਜਦੋਂ ਪੜ੍ਹਦੇ ਹਾਂ ਤੇ ਜਿਹੜਾ ਰੱਬ ਦਾ ਸਰੂਪ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਤਿੰਨਾਂ ਗੁਣਾਂ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਭਿੰਨ ਨੇ। ਨਾ ਉਹਨਾਂ ਦਾ ਰੂਪ ਹੈ,
ਨਾ ਕੋਈ ਰੰਗ ਹੈ ਕਿ ਚਿੱਟਾ ਕਾਲਾ, ਕੋਈ ਵਿਸ਼ੇਸ਼ ਉਹਦਾ ਰੰਗ ਨਹੀਂ ਹੈ, ਨਾ ਉਹਦੀ ਕੋਈ ਵਿਸ਼ੇਸ਼ ਸ਼ੇਪ ਹੈ। ਉਹ ਤਿੰਨਾਂ ਗੁਣਾਂ ਤੋਂ ਭਿੰਨ ਹੈ। ਆਕਾਰ ਉਹਦਾ ਸਪੈਸ਼ਲ, ਉਹਨੂੰ ਨਿਰੰਕਾਰ ਬਾਣੀ ਦੇ ਅੰਦਰ ਬਿਆਨ ਕੀਤਾ ਗਿਆ। ਹੁਣ ਜੇ ਅਕਾਲ ਪੁਰਖ ਨਿਰਾਕਾਰ ਹੈ, ਉਹਦੇ ਚਰਨ ਕੀ ਨੇ? ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਅਸਲ ਦੇ ਵਿੱਚ ਗੁਰੂ ਦਾ ਸ਼ਬਦ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਨੇ। ਕਿਧਰੇ ਬਾਣੀ ਨੂੰ ਅਕਾਲ ਪੁਰਖ ਦਾ ਰੂਪ ਵੀ ਕਿਹਾ ਗਿਆ। ਬਾਣੀ ਆਪ ਨਿਰੰਕਾਰ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਉਹ ਅਕਾਲ ਪੁਰਖ ਵਾਹਿਗੁਰੂ ਜੋ ਬਾਣੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਸੁਭਾਏਮਾਨ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ, ਉਸ ਵਾਹਿਗੁਰੂ ਜੀ ਦੇ ਚਰਨਾਂ ਨੂੰ ਕਮਲ ਦੇ ਨਾਲ ਤੁਲਨਾ ਦਿੱਤੀ ਗਈ। ਇਹਦਾ ਜਿਹੜਾ ਬੜਾ ਵਿਸ਼ੇਸ਼ ਕਾਰਨ ਵਿਦਵਾਨਾਂ ਨੇ ਮੰਨਿਆ, ਕਿਉਂਕਿ ਜਿਹੜਾ ਕਮਲ ਹੈ ਨਾ, ਉਹ ਚਿੱਕੜ ਦੇ ਵਿੱਚ, ਲੋਟਸ ਫਲਾਵਰ ਜਿਹੜਾ ਪੈਦਾ ਹੁੰਦਾ ਉਹ ਚਿੱਕੜ ਦੇ ਵਿੱਚ ਪੈਦਾ ਹੁੰਦਾ। ਇਸੇ ਤਰ੍ਹਾਂ ਜੇ ਕਿਧਰੇ ਦੁਨੀਆ ਦਾ ਧਾਰਮਿਕ ਇਤਿਹਾਸ ਪੜ੍ਹਿਆ ਜਾਏ, ਕਈ ਵਾਰੀ ਲੋਕ ਸੰਸਾਰ ਨੂੰ ਟੋਟਲੀ ਤਿਆਗਣ ਨੂੰ, ਰਿਨਾਂਸੀਏਸ਼ਨ ਨੂੰ, ਖਾਸ ਕਰਕੇ ਤਿਆਗਵਾਦ ਦਾ ਸਿਧਾਂਤ ਸੀ ਵੀ ਜੇ ਰੱਬ ਨੂੰ ਮਿਲਣਾ ਹੈ ਤੇ ਪਰਿਵਾਰ ਨੂੰ ਤਿਆਗ ਦਿਓ, ਪੈਸਾ ਜਾਂ ਕੋਈ ਵੀ ਪ੍ਰੋਫੈਸ਼ਨ ਜੋ ਬੰਦਾ ਕਰਦਾ ਜੀਣ ਲਈ ਬੜਾ ਜ਼ਰੂਰੀ ਹੈ, ਉਹਨੂੰ ਤਿਆਗ ਦਿਓ। ਫਿਰ ਜਿਹੜੇ ਸਿਸਟਮ ਦੇ ਵਿੱਚ, ਸੋਸ਼ਲ ਸਟਰਕਚਰ ਦੇ ਵਿੱਚ ਬੰਦਾ ਰਹਿ ਰਿਹਾ, ਸੁਸਾਇਟੀ ਨੂੰ ਛੱਡ ਦਿਓ। ਪੋਲੀਟੀਕਲ ਸਿਸਟਮ ਦੇ ਵਿੱਚ ਕੋਈ ਬੰਦਾ ਕੰਟਰੀਬਿਊਟ ਨਹੀਂ ਕਰਦਾ, ਤੇ ਕਿਸੇ ਵਿਸ਼ੇਸ਼ ਕਿਸਮ ਦੀ ਮੈਡੀਟੇਸ਼ਨ ਦੇ ਰਾਹੀਂ ਉਸ ਅਕਾਲ ਪੁਰਖ ਦੀ ਪ੍ਰਾਪਤੀ ਦੇ ਲਈ ਯਤਨ ਕਰੋ, ਸਾਰਾ ਕੁਝ ਤਿਆਗ ਕੇ, ਤੇ ਫਿਰ ਮੰਨਿਆ ਜਾਂਦਾ ਸੀ ਵੀ ਤੁਹਾਨੂੰ ਕੋਈ ਵਿਸ਼ੇਸ਼ ਪ੍ਰਾਪਤੀ ਹੋਏਗੀ। ਪਰ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜਦੋਂ ਜਗਤ ਦਾ ਉਧਾਰ ਕਰਦਿਆਂ ਵੀ ਸੱਚੀ ਸਰਕਾਰ ਗੁਰੂ ਨਾਨਕ ਸਾਹਿਬ ਜੀ ਜੋਗੀ ਲੋਕਾਂ ਦੇ ਕੋਲ ਜਾਂਦੇ ਨੇ, ਉਹਨਾਂ ਦਾ ਪਹਿਲਾ ਸਵਾਲ ਹੀ ਇਹ ਹੁੰਦਾ ਕਿ ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੂ, ਚਰਪਟ ਬੋਲੇ ਆਉਦੂ ਨਾਨਕ, ਦੇਹੋ ਸੱਚਾ ਵਿਚਾਰੋ। ਕਿ ਹਜ਼ੂਰ ਦੁਨੀਆ ਦਾ ਇਹ ਮਾਇਆ ਦਾ ਜਿਹੜਾ ਸਮੁੰਦਰ ਹੈ ਨਾ, ਸਮੁੰਦਰ ਇਹਨੂੰ ਇਸੇ ਕਰਕੇ ਕਿਹਾ ਗਿਆ ਵੀ ਇਹ ਆਪਣੇ ਆਪ ਦੇ ਵਿੱਚ ਬੜਾ ਵਿਸ਼ਾਲ ਹੈ। ਬੰਦੇ ਤੇ ਬਹੁਤ ਸਾਰੀਆਂ ਮਾਇਆ ਦੀਆਂ ਬਿਰਤੀਆਂ ਜਿਹੜੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਵੀ ਰਹਿੰਦੀਆਂ, ਬੰਦਾ ਉਹਦੇ 'ਚ ਡੁੱਬਦਾ ਜਾ ਰਿਹਾ, ਤੇ ਇਹਨਾਂ ਦੇ ਵਿੱਚੋਂ ਪਾਰ ਹੋਣ ਦਾ ਕੋਈ ਇਹੋ ਜਿਹਾ ਵਿਚਾਰ ਤੁਹਾਡੇ ਕੋਲ ਹੈ ਵੀ ਬੜਾ ਔਖਾ ਹੈ ਤਰਿਆ ਜਾਣ ਵਾਲਾ। ਤੇ ਹਜ਼ੂਰ ਕਹਿੰਦੇ ਨੇ ਆਪੇ ਆਖੈ ਆਪੇ ਸਮਝੈ, ਕਿਆ ਤਿਸ ਉੱਤਰ ਦੀਜੈ, ਸਾਚ ਕਹੋ ਤੁਮ ਪਾਰ ਗ੍ਰਾਮੀ, ਤੁਝ ਕਿਆ ਬੈਸਨ ਦੀਜੈ। ਤੇ ਉਹ ਕਹਿਣ ਲੱਗੇ ਅਸੀਂ ਤੇ ਹਾਟੀ ਬਾਟੀ ਰਹਿ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਗਾਈ ਖਾਈਐ, ਉਦੋਂ ਬੋਲੇ ਗਿਆਨੇ। ਅਸੀਂ ਤੇ ਘਰ-ਬਾਰ ਨੂੰ ਤਿਆਗ ਦਿੰਦੇ ਹਾਂ, ਅਸੀਂ ਕੋਈ ਵੀ ਪ੍ਰੋਫੈਸ਼ਨ ਨਹੀਂ ਕਰਦੇ ਤਾਂ ਕਿ ਮਾਇਆ ਦੇ ਨਾਲ ਸਾਡਾ ਮੋਹ ਨਾ ਜਾਗ ਪਏ। ਅੱਜ ਦੇ ਸ਼ਬਦ ਦੇ ਅੰਦਰ ਵੀ ਗੁਰੂ ਸਾਹਿਬ ਨੇ ਤ੍ਰਿਸ਼ਨਾ ਨੂੰ ਅੱਗ ਕਿਹਾ ਹੈ। ਅਸੀਂ ਪਤਨੀ ਬੱਚੇ ਵੀ ਤਿਆਗ ਦਿੰਦੇ ਹਾਂ। ਅਸੀਂ ਪੋਲੀਟੀਕਲ ਸਿਸਟਮ ਦੇ ਵਿੱਚ ਜੋ ਕੁਝ ਮਰਜ਼ੀ ਹੁੰਦਾ ਰਹੇ, ਬਾਹਰੋਂ ਇਨਵੈਡਰ ਆਉਂਦੇ ਰਹਿਣ ਤੇ ਜੋਗੀ ਨਹੀਂ ਸੀ ਬੋਲਦੇ। ਤੇ ਗੁਰੂ ਸਾਹਿਬ ਜੀ ਨੇ ਉੱਥੇ ਜੈਸੇ ਜਲ ਮੈਂ ਕਮਲ ਨਿਰਾਲਮ, ਮਿਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੇ। ਉੱਥੇ ਹਜ਼ੂਰ ਨੇ ਜ਼ਿਕਰ ਕੀਤਾ ਵੀ ਜੇ ਤੁਹਾਨੂੰ ਥੋੜ੍ਹੀ ਜਿਹੀ ਧਰਮ ਦੀ ਸੂਝ ਹੈ ਤੇ ਸਿੱਧ ਛਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਜੇ ਜ਼ਿੰਮੇਵਾਰ ਲੋਕ ਪਰਬਤਾਂ ਦੇ ਉੱਤੇ ਚੜ੍ਹ ਕੇ ਬਹਿ ਜਾਣਗੇ, ਜੰਗਲਾਂ ਦੇ ਵਿੱਚ ਜਾ ਕੇ ਯੋਗ ਸਮਾਧੀਆਂ ਲਾ ਕੇ ਆਪਣੀ ਐਨਰਜੀ ਪੋਟੈਂਸ਼ੀਅਲ ਜੋ ਹਿਊਮੈਨਿਟੀ ਲਈ ਕਰ ਸਕਦੇ ਨੇ ਉਹ ਨਹੀਂ ਕਰਨਗੇ,
ਤੇ ਫਿਰ ਆਮ ਲੋਕਾਂ ਦਾ ਕੀ ਬਣੇਗਾ? ਜਗਤ ਦੇ ਲੋਕਾਂ ਨੂੰ ਪ੍ਰੋਬਲਮ ਜਿਹੜੀਆਂ ਆ ਰਹੀਆਂ ਨੇ, ਸਮਾਜ ਦੇ ਵਿੱਚ ਬੜੀਆਂ ਬੁਰਾਈਆਂ ਨੇ, ਪੋਲੀਟੀਕਲ ਸਿਸਟਮ ਟੋਟਲੀ ਭ੍ਰਸ਼ਟ ਹੈ, ਉਹਦੇ ਚੋਂ ਕਿਵੇਂ ਕੱਢੇਗਾ? ਇਸ ਲਈ ਹਜ਼ੂਰ ਨੇ ਕਿਹਾ ਵੀ ਸਿਸਟਮ ਦੇ ਵਿੱਚ ਰਹਿਣਾ ਹੈ। ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਖਿੜਦਾ, ਇਸੇ ਤਰ੍ਹਾਂ ਧਰਮ ਦੀ ਨਿਸ਼ਾਨੀ ਧਾਰਮਿਕ ਬੰਦੇ ਦੀ, ਜਿਹਨੂੰ ਗੁਰੂ ਨਾਨਕ ਸਾਹਿਬ ਖਾਸ ਕਰਕੇ ਧਰਮੀ ਕਹਿੰਦੇ ਨੇ, ਉਹ ਸੁਸਾਇਟੀ ਨੂੰ ਕੁਇਟ ਨਹੀਂ ਕਰਦਾ। ਕਈ ਵਾਰੀ ਇਹ ਵੀ ਵਿਚਾਰ ਚੱਲਦਾ ਹੈ ਵੀ ਕਿਉਂਕਿ ਕੁਝ ਲੋਕ ਗ੍ਰਸਥ ਆਸ਼ਰਮ ਨੂੰ ਮੈਰਿਜ ਆਨੰਦ ਕਾਰਜ ਕਰਵਾਉਂਦੇ ਨੇ, ਕੁਝ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਤੁਧ ਭਾਵ ਹੈ ਗ੍ਰਸਥ ਉਦਾਸੀ ਪ੍ਰਵਾਨ। ਇਹ ਬੰਦੇ ਦਾ ਆਪਣਾ ਫੈਸਲਾ ਹੈ, ਕੋਈ ਮੈਰਿਜ ਕਰੇ ਨਾ ਕਰੇ ਜਾਂ ਆਨੰਦ ਕਾਰਜ ਕਰੇ ਨਾ ਕਰੇ। ਤੇ ਜੇ ਰੱਬ ਨੂੰ ਚੰਗਾ ਲੱਗੇ ਤੇ ਉਦਾਸੀ ਵੀ ਪ੍ਰਵਾਨ ਹੋ ਜਾਂਦਾ ਹੈ। ਤੁਧ ਭਾਵ ਹੈ ਗ੍ਰਸਥ ਉਦਾਸੀ ਪ੍ਰਵਾਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫੈਸਲਾ ਹੈ। ਪਰ ਭਾਵੇਂ ਬੰਦਾ ਗ੍ਰਸਤੀ ਹੋਵੇ, ਭਾਵੇਂ ਗ੍ਰਸਤੀ ਨਾ ਹੋਵੇ, ਇਕੱਲਾ ਜ਼ਿੰਦਗੀ ਬਤੀਤ ਕਰੇ, ਉਹ ਸਿਸਟਮ ਨੂੰ ਨਹੀਂ ਛੱਡ ਕੇ ਜਾਂਦਾ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚ ਧਰਮੀ ਕਹਿੰਦੇ ਨੇ। ਉਹ ਸੰਸਾਰ ਦੇ ਵਿੱਚ ਆਪਣਾ ਰੋਲ ਪਲੇ ਕਰਦਾ। ਇਸ ਕਰਕੇ ਸਾਡੇ ਸਾਰੇ ਗੁਰੂ ਗ੍ਰਸਤੀ ਨੇ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੇਵਲ 8.5 ਸਾਲ ਦੀ ਉਮਰ ਹੈ ਜਦੋਂ ਜੋਤੀ ਜੋਤ ਸਮਾਉਂਦੇ ਨੇ। ਇਸ ਕਰਕੇ ਉਹਨਾਂ ਤੋਂ ਇਲਾਵਾ ਬਾਕੀ ਗੁਰੂ ਸਾਹਿਬ ਸੰਸਾਰ ਦੇ ਵਿੱਚ ਆਮ ਗ੍ਰਸਤੀਆਂ ਦੀ ਤਰ੍ਹਾਂ ਰਹਿੰਦੇ ਨੇ, ਪਰ ਕਮਲ ਦੀ ਫੁੱਲ ਦੀ ਤਰ੍ਹਾਂ ਚਿੱਕੜ ਦੇ ਵਿੱਚ ਰਹਿ ਕੇ ਸੁਰਤੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ, ਬੰਦਗੀ ਦੇ ਵਿੱਚ, ਹਿਊਮੈਨਿਟੀ ਦੀ ਸੇਵਾ ਦੇ ਵਿੱਚ ਆਪਣੀ ਪੂਰੀ ਐਨਰਜੀ। ਔਰ ਦਸੰਬਰ ਦਾ ਮਹੀਨਾ ਆਉਣਾ ਹੈ ਤੇ ਪਤਾ ਵੀ ਪਰਿਵਾਰ ਸਾਡੇ ਸਾਹਮਣੇ ਹੈ, ਗੁਰੂ ਸਾਹਿਬ ਜੀ ਦੇ ਸਾਹਮਣੇ ਹੈ, ਪਰ ਗੁਰੂ ਸਾਹਿਬ ਜੀ ਦੇ ਲਈ ਜਿਹੜਾ ਕੁਟੁੰਬ ਜਾਂ ਮਾਇਆ ਜਾਂ ਬਾਹਰੀ ਤੌਰ ਤੇ, ਉਹ ਅਸਲ ਦੇ ਵਿੱਚ ਮੋਹ ਨਹੀਂ ਹੈ। ਗੁਰੂ ਸਾਹਿਬ ਜੀ ਵਾਰ ਦਿੰਦੇ ਨੇ ਸਾਰਾ ਕੁਝ ਮਨੁੱਖਤਾ ਤੋਂ। ਦੂਸਰੀ ਕਮਲ ਦੇ ਫੁੱਲ ਦੀ ਨਿਸ਼ਾਨੀ ਹੈ ਕਿ ਉਹਦੇ 'ਚ ਬਿਊਟੀ ਹੁੰਦੀ ਹੈ। ਇਸੇ ਤਰ੍ਹਾਂ ਧਾਰਮਿਕ ਮਨੁੱਖ ਦਾ ਬਿਹੇਵ ਜਿਹੜਾ ਬਿਊਟੀਫੁਲ ਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਨ੍ਹਾਂ ਨੂੰ ਸਾਧ ਸੰਗਤ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬੈਠਣ ਦਾ ਮੌਕਾ ਮਿਲਿਆ, ਫਿਜ਼ੀਕਲੀ ਨਹੀਂ ਮੈਂਟਲੀ ਉਹ ਸੱਚ ਦੇ ਨਾਲ ਬੈਠੇ ਹੋਏ ਨੇ, ਉਹ ਦਇਆ ਦੇ ਨਾਲ ਬੈਠੇ ਹੋਏ ਨੇ, ਉਹਨਾਂ ਦੇ ਅੰਦਰ ਕੰਪੈਸ਼ਨ ਹੈ, ਉਹਨਾਂ ਦੇ ਅੰਦਰ ਰਾਈਚੀਅਸਨੈਸ ਹੈ, ਧਰਮ ਹੈ ਉਹਨਾਂ ਦੇ ਅੰਦਰ, ਉਹਨਾਂ ਦੇ ਅੰਦਰ ਸੰਤੋਖ ਹੈ। ਇਹ ਗੁਣਾਂ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ, ਸੰਗਤ ਦੇ ਨਾਲ ਜਿਹੜੇ ਬੈਠੇ ਹੁੰਦੇ ਨੇ। ਇਸ ਲਈ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਰੀ, ਹਰ ਕਾ ਨਾਮ ਜਨ ਕਾ ਰੂਪ ਰੰਗ। ਇਸ ਪੱਖੋਂ ਉਹ ਵਿਹਾਰ ਪੱਖੋਂ, ਆਪਣੇ ਆਚਰਣ ਪੱਖੋਂ, ਦੁਨੀਆ ਦੇ ਵਿੱਚ ਵਿਚਰਨ ਪੱਖੋਂ ਇੱਕ ਬੜਾ ਵੱਡਾ ਹਾਈਐਸਟ ਕਿਸਮ ਦਾ ਸਟੈਂਡਰਡ ਪੈਦਾ ਕਰਕੇ ਜਾਂਦੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਤੇ ਸਾਰੇ ਭਗਤ ਹਿਸਟਰੀ ਦੇ ਵਿੱਚ ਸਭ ਤੋਂ ਸੋਹਣੇ ਨੇ। ਤੇ ਬਾਬਾ ਫਰੀਦ ਜੀ ਜ਼ਿਕਰ ਕਰਦੇ ਨੇ, ਫਰੀਦਾ ਤਿਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਮ। ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਭੁੱਲ ਗਿਆ, ਉਹ ਡਰਾਣੇ ਨੇ। ਔਰੰਗਜ਼ੇਬ ਹੈ, ਕੋਈ ਹਿਟਲਰ ਹੈ, ਕੋਈ ਚੰਗੇਜ਼ ਖਾਂ ਹੈ, ਜਿਉਂਦੇ ਪਿੰਡਾਂ ਦੇ ਪਿੰਡ ਸਾੜ ਦਿੰਦੇ ਨੇ ਤੇ ਹਜ਼ਾਰਾਂ ਲੋਕਾਂ ਦਾ ਕਤਲ ਕਰਦੇ ਨੇ, ਹਜ਼ਾਰਾਂ ਲੋਕਾਂ ਨੂੰ ਲੁੱਟਿਆ ਜਾਂਦਾ ਹੈ, ਇੱਜ਼ਤਾਂ ਨੂੰ ਹੱਥ ਪਾਇਆ ਜਾਂਦਾ। ਕਰੂਪ ਨੇ ਲੋਕ ਜਿਹੜੇ ਅਸਲ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਗਵਾਚੇ ਹੋਏ ਨੇ ਤੇ ਰੱਬ ਦੀ ਇਬਾਦਤ ਨੂੰ ਭੁੱਲੇ ਹੋਏ ਨੇ। ਜਿਹੜੀ ਦੂਸਰੀ ਖੂਬੀ ਉਹਨਾਂ ਦੇ ਅੰਦਰ ਬਿਊਟੀ ਹੁੰਦੀ ਵਿਹਾਰ ਦੀ। ਤੀਸਰੀ ਕਮਲ ਦੇ ਫੁੱਲ ਦੇ ਅੰਦਰ ਮਹਿਕ ਹੁੰਦੀ ਹੈ। ਉਹਦੇ ਕੋਲ ਜਿਹੜੀ ਫ੍ਰੈਗਰੈਂਸ ਹੁੰਦੀ ਨਾ, ਫੁੱਲ ਭਾਵੇਂ ਸਰੀਰ ਕਰਕੇ ਖਤਮ ਵੀ ਹੋ ਜਾਏ, ਉਸ ਤੋਂ ਬਾਅਦ ਵੀ ਫ੍ਰੈਗਰੈਂਸ ਨੂੰ ਬਹੁਤ ਲੰਮਾ ਸਮਾਂ ਜਿਹੜਾ ਰੱਖਿਆ ਜਾ ਸਕਦਾ। ਇਸ ਤਰ੍ਹਾਂ ਗੁਰੂ ਸਾਹਿਬ ਭਗਤ ਸਾਹਿਬਾਨ ਸਰੀਰਿਕ ਤੌਰ ਤੇ ਤਾਂ ਅਸੀਂ ਪੜ੍ਹਦੇ ਹਾਂ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਉਹ ਤੇ ਇਸ ਕੁਦਰਤ ਦਾ ਅਸੂਲ ਹੈ ਵੀ ਜਿਹੜਾ ਸਰੀਰ ਪੈਦਾ ਹੋਇਆ
ਉਹਨੇ ਨਾਲ ਨਹੀਂ ਨਿਭਣਾ। ਪਰ ਵਿਚਾਰਾਂ ਕਰਕੇ ਗੁਰੂ ਸਾਹਿਬ ਸਦਾ ਲਈ ਦੁਨੀਆ ਦੇ ਅੰਦਰ ਹੀ ਨੇ। ਇਸ ਕਰਕੇ ਇੱਕ ਰੱਬੀ ਆਤਮਾ ਜਦੋਂ ਹਰਮਿੰਦਰ ਸਾਹਿਬ ਦੇ ਦਰਸ਼ਨ ਕਰਦੀ ਹੈ तो कहते हैं, अरे दुनिया में बहुत सारे पैगंबर आए और चले गए, गुरु नानक देव जी इस धरती पे आए और धरती का दुख देखकर गए नहीं, सदा के लिए यहाँ टिककर ह्यूमैनिटी का दुख बांटने के लिए बैठ गए। तो उन्होंने किसी ने पूछा भी तुहानू पता नहीं गुरु नानक साहब जी का शरीर करके जन्म कदों होया तो ज्योति जोत भी 1539 ਨੂੰ समाए ने। कहने लगे नहीं, शरीर उन्हों का चला गया पर उन्हों की बाणी के रूप दे विच सदा लई दुनिया दे विच बह के गुरु ग्रंथ साहब जी दे विच बह के मनुखता का दर्द वंडांदे रहणगे। इहदा मतलब है असल दे विच उन्हां दे अंदर जिहड़ी महक है ना, अज भावें बहुत सारिया यूनीवर्सिटीज़ ने, स्कूल ने, कॉलेज ने, बंदा एजुकेशन हासिल कर रहा है, पर जिमें जिमें माया का बोल बाला बंदे का विहार भी करूप हुंदा जा रहा, गुरु साहिबान की धर्म की रैलीवेंस होर जिहड़ी वधी। इस करके गुरु साहब जी जो बाणी दे विच कहिंदे ने, जे सो चंदा उगवै सूर चढ़ै हज़ार, इते चानण हुंदिया गुर बिन घोर अंधार। ਤੇ ਚੌਥੀ ਕਮਲ ਦੇ ਫੁੱਲ ਦੀ ਖੂਬੀ ਹੁੰਦੀ ਰੱਬ ਦੇ ਨਾਮ ਨੂੰ, ਅਕਾਲ ਪੁਰਖ ਦੇ ਚਰਨਾਂ ਨੂੰ ਕਮਲ ਨਾਲ ਕਿਉਂ ਤੁਲਨਾ ਦਿੱਤੀ ਹੈ। ਰੱਬ ਵੈਸੇ ਤੇ ਨਿਰਾਕਾਰ ਹੈ, ਪਰ ਜਦੋਂ ਭਗਤਾਂ ਦੇ ਵਿੱਚ ਉਹਦੀ ਆਈਡੀਓਲੋਜੀ, ਵਿਚਾਰਧਾਰਾ, ਉਹਦੀ ਭਗਤੀ ਆ ਜਾਂਦੀ ਨਾ, ਉਹਨਾਂ ਦੇ ਵਿੱਚ ਖੂਬੀਆਂ ਖਾਸ ਪੈਦਾ ਹੁੰਦੀਆਂ। ਉਹ ਖੂਬੀਆਂ ਨੂੰ ਵੇਖ ਕੇ ਲੋਕ ਅਕਾਲ ਪੁਰਖ ਵਾਹਿਗੁਰੂ ਦਾ ਅੰਦਾਜ਼ਾ ਲਾਉਂਦੇ ਨੇ भी जे रब की भगती करन वाला इस तरह का उत्कृष्ट किस्म का, उत्तम किस्म का इंसान है, तो असल दे विच रब किन्ना गुणा का खजाना वड्डा होएगा। तो अगली खूबी हुंदी है, उहदे च कोमलता हुंदी है कमल दे फुल दे विच। तुसीं वेखो गुरु नानक साहब सच्चे पातशाह तो लैके सारे भगतां दा जीवन, जदों ते उह सोसाइटी दे विच दुख वेखते हैं तो गुरु साहब जी के शब्द वैद बुलाया वैदगी, पकड़ टंडोले बांह, भोला वैद ना जाने, करक कलेजे मां। जिहदा मतलब है हजूर कहते हैं मेरे अंदर एक दर्द पैदा चीस उठी है, बाबा देखा ध्यान धर, जलती सब पृथ्वी दिस आई, मैनू का संसार सड़दा होया दिस रहा। तो हजूर अज के शब्द भी जिक्र कर रहे हैं, मिथन मोह अगन सोग सागर। बंदा मिथ्या दे मोह दे विच फसिया होया। मिथ्या का मतलब जिहड़ा टैंपरेरीली है, अफैमरल सुख ने, शॉर्ट टर्म लई, परमानेंट सुख नहीं हैं। ये कुछ समय लई बंदा आया, 4 दिवस के पाहन तुम आए, बहुत जुग आस बंधाए। बंदे ने आसां जुगां जुगांतरां दियां इत्थे रख लईआं ने, इस करके वध तो वध रिसोर्सिस उत्ते कब्जा करना चाहता है, दूजियां नूं एक्सप्लॉइट करना चाहता है, दूजियां नूं बंदा आप यूज़ करना चाहता है। असल दे विच अंदर तृष्णा की अग लगी हुई भी ये भी मेरा हो जाए, वो भी कुछ मेरा कब्जा होना चाहिए है। इस करके बंदे का विहार इंबैलेंस हो जाता है। तो गुरु साहब जी ने, गुरु नानक साहब जी ने वेख्या तृष्णा की अग दे विच काम क्रोध लोभ मोह हंकार दे विच लोग सड़ रहे हैं, है करदी सुनी लुकाई। तो जदों वो लुकाई नूं इस तरह वेखदे ने तो फिर उसका नक्शा बाणी दे अंदर खिंचते हैं। फिर आम बंदा तृष्णा की अग दे विच शिकार होवे ना, घट नुकसान करता। जिन्ना उहदे कोल पावर ज़्यादा होएगी ना, उन्ना ज़्यादा नुकसान करता है। तो गुरु नानक साहब सच्चे पातशाह वेखते हैं किधरे बाबर जाबर बन के हमला कर रहा है, पिंडां दे पिंड उजाड़ दिते गए ने, फौज वालों इज्जत आबरू जड़ियाँ हज़ारां औरतां दी लुटी गई है, उत्थे नौजवानों का सामने गुरु साहब जी दे कतल होया है। हर पक्ष हर पासे हाहाकार है,
ਲਾਸ਼ਾਂ ਹੀ ਲਾਸ਼ਾਂ ਪਿੰਡਾਂ ਦੇ ਵਿੱਚ ਵਿਛੀਆਂ ਹੋਈਆਂ ਨੇ। ਤੇ ਗੁਰੂ ਸਾਹਿਬ ਜੀ ਉਸ ਸਮੇਂ, ਉਹ ਗੁਰੂ ਸਾਹਿਬ ਜਿਹੜੇ ਆਪ ਬਾਣੀ ਦੇ ਵਿੱਚ ਕਹਿੰਦੇ ਨੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਮਿੱਠਤ ਤੇ ਨੀਵੀਂ ਦੀ ਗੱਲ ਕਰਦੇ ਨੇ। ਉਹਨਾਂ ਨੂੰ ਬਾਣੀ ਦੇ ਵਿੱਚ ਕਹਿਣਾ ਪੈਂਦਾ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵਿਲਗ। ਹਜ਼ੂਰ ਕਹਿੰਦੇ ਨੇ ਕਲ ਕਾਤੀ, ਬੰਦੇ ਦਾ ਜਿਹੜਾ ਕਲਯੁਗੀ ਸੁਭਾਅ ਇਹ ਕੈਂਚੀ ਦੀ ਤਰ੍ਹਾਂ ਹੋ ਗਿਆ ਵੀ ਹਰ ਕਿਸੇ ਨੂੰ ਵੱਢ ਦੇਣਾ ਚਾਹੁੰਦਾ ਜੋ ਸਾਹਮਣੇ ਆਉਂਦੀ। ਇਹ ਲੀਰੋ ਲੀਰ ਬੰਦੇ ਦੀਆਂ ਸਦਰਾਂ ਕਰ ਦੇਣਾ ਚਾਹੁੰਦਾ ਹੈ ਕਲਯੁਗੀ ਸੁਭਾਅ। ਦੂਜਿਆਂ ਦੇ ਅੰਦਰ ਅਸਲ ਦੇ ਵਿੱਚ ਦੂਜਿਆਂ ਨੂੰ ਤਬਾਹੋ ਬਰਬਾਦ ਕਰਨ ਵਾਲਾ ਇਹ ਸੁਭਾਅ ਕਲ ਕਾਤੀ ਰਾਜੇ ਕਸਾਈ, ਰਾਜਿਆਂ ਨੇ ਕਸਾਈਆਂ ਦਾ ਰੂਪ ਧਾਰਨ ਕਰ ਲਿਆ। ਧਰਮ ਪੰਖ ਕਰ ਉੱਡ ਰਿਹਾ ਤੇ ਸੋ ਕਾਲਡ ਰਿਲੀਜੀਅਸ ਲੋਕ ਜਿਹੜੇ ਨੇ ਪ੍ਰੀਸਟਲੀ ਕਲਾਸ ਹੈ, ਉਹਨਾਂ ਦੇ ਵਿੱਚੋਂ ਵੀ ਜੋ ਲੋਕ ਰਿਲੀਜਨ ਦੀ ਪ੍ਰੈਕਟਿਸ ਕਰ ਰਹੇ ਨੇ, ਧਰਮ ਉਹਨਾਂ ਦੇ ਵਿੱਚ ਵੀ ਦੇਖਣ ਨੂੰ ਨਹੀਂ ਮਿਲਦਾ। ਤੇ ਹਜ਼ੂਰ ਕਹਿੰਦੇ ਨੇ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਕੂੜ ਦੀ ਕਾਲੀ ਬੋਲੀ ਰਾਤ ਹੈ, ਸੱਚ ਕਿਧਰੇ ਨਜ਼ਰ ਨਹੀਂ ਪੈ ਰਿਹਾ ਕਿਸੇ ਵੀ ਬੰਦੇ ਦੇ ਸਿਸਟਮ 'ਚ, ਨਾ ਸੋਸ਼ਲ ਸਟਰਕਚਰ 'ਚ, ਨਾ ਬੰਦਾ ਇੰਡੀਵਿਜੂਅਲੀ ਸੱਚ ਨੂੰ ਪਰਨਾਇਆ ਹੋਇਆ ਹੈ, ਨਾ ਇਹਨਾਂ ਦਾ ਪੋਲੀਟੀਕਲ ਸਿਸਟਮ ਸੱਚ ਦੇ ਉੱਤੇ ਆਧਾਰਿਤ ਹੈ। ਹੋਂ ਭਾਲ ਵਿਕੁੰਨੀ ਹੋਈ ਅੰਧੇਰਾ ਰਾਹ ਨਾ ਕੋਈ। ਗੁਰੂ ਨਾਨਕ ਸਾਹਿਬ ਜੀ ਮਨੁੱਖਤਾ ਦੇ ਹਿਊਮੈਨਿਟੀ ਦੇ ਦਰਦ ਦੇ ਵਿੱਚ ਆ ਕੇ ਕਹਿੰਦੇ ਨੇ ਮੈਂ ਜਿਹੜਾ ਲੱਭ ਲੱਭ ਕੇ ਵਿਆਕੁਲ ਹੋ ਗਿਆ, ਅੰਦਰੋਂ ਇੰਨੀ ਸ਼ਿੱਦਤ ਦੇ ਨਾਲ ਸੱਚ ਲੱਭ ਰਿਹਾ, ਕੋਈ ਰਾਹ ਦੁਨੀਆ ਦੇ ਬਚਣ ਦਾ ਹੋਵੇ ਤੇ ਹਰ ਪਾਸੇ ਇੰਨਾ ਹਨੇਰਾ ਹੈ ਕਿ ਰਾਹ ਲੱਭ ਹੀ ਨਹੀਂ ਰਿਹਾ। ਇਹਦਾ ਮਤਲਬ ਗੁਰੂ ਸਾਹਿਬ ਜੀ ਨੇ ਜਿਹੜੀ ਭਗਤੀ ਦਿੱਤੀ ਨਾ, ਉਹ ਸੁਸਾਇਟੀ ਦੇ ਵਿੱਚ ਰਹਿ ਕੇ ਸੋਸ਼ਲ ਈਵਲਸ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਪੂਰੀ ਸੁਸਾਇਟੀ ਦੀ ਰਿਫੋਰਮੇਸ਼ਨ ਹੈ, ਜਿਹੜਾ ਨਵਾਂ ਸਮਾਜ ਨੂੰ ਘੜਨਾ। ਇਸ ਕਰਕੇ ਕਿਧਰੇ ਕਰਤਾਰਪੁਰ, ਖਡੂਰ ਸਾਹਿਬ, ਗੋਇੰਦਵਾਲ, ਅੰਮ੍ਰਿਤਸਰ ਦੀ ਪਾਵਨ ਧਰਤੀ, ਜਿਹੜਾ ਰਾਮਦਾਸ ਚੱਕ, ਇਹ ਵੱਡੇ ਵੱਡੇ ਨਗਰ ਵਸਾਏ ਜਾਂਦੇ ਨੇ ਵੀ ਨਵੇਂ ਸਮਾਜ ਦੀ ਸਿਰਜਣਾ ਕੀਤੀ ਜਾਏ, ਜਿੱਥੇ ਜਾਤ ਪਾਤ ਤੋਂ ਬਿਨਾਂ ਲੋਕ ਵਿਤਕਰਿਆਂ ਦੇ ਉੱਤੇ ਰਹਿ ਸਕਣ, ਜਿੱਥੇ ਲੋਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਸ਼ੇ ਦੇ ਵਿੱਚ ਨਾ ਗਵਾਚੇ ਹੋਣ, ਗਿਆਨ ਦੇ ਜੀਵਨ ਦੀ ਪ੍ਰੈਕਟਿਸ ਕਰਕੇ ਹੋਸ਼ ਹਵਾਸ ਦੇ ਵਿੱਚ ਜੀਵਨ ਬਤੀਤ ਕਰ ਸਕਣ। ਤੇ ਗੁਰੂ ਸਾਹਿਬ ਪੋਲੀਟੀਕਲ ਸਿਸਟਮ ਨਵਾਂ ਦੇਣ ਦੇ ਲਈ ਬਾਣੀ ਦੇ ਵਿੱਚ ਕੰਮ ਆਰੰਭ ਕਰਦੇ ਨੇ, ਜਿਸ ਹੀ ਕੀ ਸਰਕਾਰ ਤਿਸ ਹੀ ਕਾ ਸਭ ਕੋਏ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ 100 ਸਾਲ ਤੋਂ ਬਾਅਦ ਉਹ ਜਿਹੜੀ ਗੁਰੂ ਸਾਹਿਬ ਜੀ ਨੇ ਸ਼ੁਰੂਆਤ ਕੀਤੀ ਹੈ, ਉਹਦਾ ਰਿਜ਼ਲਟ ਹੈ ਫਿਰ ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਸਭ ਸੁਖਾਲੀ ਵੁੱਠੀਆ ਇਹ ਹੋਆ ਹਲੇਮੀ ਰਾਜ ਜੀਓ। ਹਲੀਮੀ ਦਾ ਰਾਜ ਜਿਹੜਾ ਸਾਰਿਆਂ ਨਾਲ ਜਸਟਿਸ ਕਰਦਾ ਹੈ, ਜਿਹਦੇ ਉੱਤੇ ਅੱਜ ਸਾਰਾ ਯੂਰਪੀਅਨ ਸਟਰਕਚਰ ਜਸਟਿਸ ਫॉर ਆਲ ਖੜਾ ਹੈ। ਗੁਰੂ ਸਾਹਿਬ ਉਹੋ ਜਿਹਾ ਸਿਸਟਮ ਦੁਨੀਆ ਦੇ ਲੋਕਾਂ ਨੂੰ ਦਿੰਦੇ ਨੇ, ਇੰਟਰੋਡਿਊਸ ਕਰਦੇ ਨੇ, ਉਹਦੇ ਲਈ ਵਰਕ ਕਰਨਾ ਸ਼ੁਰੂ ਹੁੰਦਾ ਹੈ। ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ, ਜਿਹੜਾ ਇੱਕ ਤੇ ਸਿਸਟਮ ਦੇ ਵਿੱਚ ਰਹਿਣਾ, ਭਾਵੇਂ ਜਿੰਨਾ ਮਰਜ਼ੀ ਭ੍ਰਸ਼ਟ ਹੋਵੇ, ਕਮਲ ਦਾ ਫੁੱਲ ਚਿੱਕੜ ਦੇ ਵਿੱਚ ਖਿੜਦਾ, ਚਿੱਕੜ ਨੂੰ ਛੱਡ ਕੇ ਉਹ ਨਹੀਂ ਖਿੜ ਸਕਦਾ। ਧਰਮੀ ਬੰਦੇ ਨੇ ਹਰ ਕਿਸਮ ਦੇ ਸਿਸਟਮ ਦੇ ਵਿੱਚ ਰਹਿਣਾ, ਪਰ ਆਪਣੇ ਆਪ ਨੂੰ ਚਿੱਕੜ ਨਹੀਂ ਲੱਗਣ ਦੇਣਾ, ਆਪ ਵਿਕਾਰਾਂ ਦੇ ਵਿੱਚ ਨਹੀਂ ਖਿੱਚਤ ਹੋਣਾ, ਤੇ ਆਪਣੇ ਆਪ ਨੂੰ ਨਿਰਲੇਪ ਰੱਖਣਾ। ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ ਅੱਜ ਤੇ ਬੰਦਾ ਛੋਟੀ ਜੀ ਪਾਰਟੀ ਦੇ ਵਿੱਚ ਚਲਾ ਜਾਏ ਨਾ, ਤੇ ਬੰਦਾ ਕਹਿੰਦਾ ਮੈਂ ਨਹੀਂ ਸੀ ਪੀਣਾ ਚਾਹੁੰਦਾ, ਵੇਖੋ ਜੀ ਦੋਸਤਾਂ ਮਿੱਤਰ ਪੀਅਰ ਪ੍ਰੈਸ਼ਰ ਕਰਕੇ ਪੀ ਲਈ, ਫਲਾਣੀ ਥਾਂ ਦੇ ਉੱਤੇ ਸੀ, ਜਿਹੜਾ ਬੰਦਾ ਵਹਿਣ ਦੇ ਵਿੱਚ ਬਹਿ ਜਾਂਦਾ ਹੈ। ਪਰ ਧਾਰਮਿਕ ਜਿਹੜਾ ਮਨੁੱਖ ਹੈ, ਅਸਲ ਦੇ ਵਿੱਚ ਉਹਨੇ ਆਪਣੇ ਆਪ ਨੂੰ ਸੁਸਾਇਟੀ ਦੇ ਵਿੱਚ ਰਹਿ ਕੇ ਉਹਨਾਂ ਦੀ ਮੈਲ ਨਹੀਂ ਲੱਗਣ ਦੇਣੀ ਹੁੰਦੀ। ਫਿਰ ਇਸ ਤੋਂ ਉਹਨੇ ਦੁਨੀਆ ਦੇ ਪੀਅਰ ਪ੍ਰੈਸ਼ਰ ਦੇ ਵਿੱਚ ਆ ਕੇ ਨਹੀਂ ਵਿਚਰਨਾ ਹੁੰਦਾ, ਉਹਨੇ ਸੱਚ ਦੇ ਨਾਲ ਵਿਚਰਨਾ ਹੁੰਦਾ। ਦੂਸਰਾ, ਉਹਦੇ ਵਿਹਾਰ ਦੇ ਵਿੱਚ ਬਿਊਟੀ ਹੁੰਦੀ। ਤੀਸਰਾ, ਉਹਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦੇਣ ਦੀ ਕਾਬਲੀਅਤ ਹੁੰਦੀ। ਤੇ ਚੌਥਾ, ਉਹ ਦੁਨੀਆ ਦੇ ਅੰਦਰ ਕੋਮਲ ਹੁੰਦਾ, ਜਿੱਥੇ ਵੀ ਕਿਸੇ ਦਾ ਦੁੱਖ ਦਰਦ ਵੇਖਦਾ ਉੱਥੇ ਜੰਪ ਕਰਕੇ ਮਨੁੱਖਤਾ ਦਾ ਦੁੱਖ ਵੰਡਾਣ ਦਾ ਯਤਨ ਕਰਦਾ ਹੈ। ਇਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ, ਜਿੱਥੇ ਅਸੀਂ ਅੱਜ ਸ਼ਰਨ ਲੈਣੀ ਹੈ। ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਚਰਨ ਕਮਲ ਸ਼ਰਨਾਏ ਨਾਰਾਇਣ।
ਅੱਜ ਧੰਨ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ ਕਿ ਹੇ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਮੈਨੂੰ ਆਪਣੇ ਚਰਨਾਂ ਕਮਲਾਂ ਦੇ ਵਿੱਚ ਸ਼ਰਨ ਦੇ। ਹੁਣ ਜਦੋਂ ਸ਼ਰਨ ਇੱਥੇ ਰਿਫਿਊਜੀ ਸਟੇਟਸ ਲੋਕ ਲੈਂਦੇ ਨੇ ਨਾ, ਤਾਂ ਤੁਹਾਨੂੰ ਪਤਾ ਉਹਦਾ ਇੱਕ ਕ੍ਰਾਈਟੇਰੀਆ ਹੈ ਵੀ ਹਰ ਕੋਈ ਨਹੀਂ ਲੈ ਸਕਦਾ, ਅਤੇ ਬਕਾਇਦਾ ਉਹਦੇ ਨਿਯਮ ਬਣੇ ਹੋਏ ਨੇ ਵੀ ਪਿੱਛੇ ਬੰਦੇ ਦਾ ਕ੍ਰਿਮੀਨਲ ਰੈਕਡ ਨਾ ਹੋਵੇ, ਟੈਰਰਿਸਟ ਕਿਸਮ ਦੀ ਐਕਟੀਵਿਟੀ ਨਾ ਕੀਤੀ ਹੋਵੇ, ਹਿਊਮੈਨਿਟੀ ਦੇ ਖਿਲਾਫ ਕੋਈ ਵੱਡਾ ਵਾਇਲੇਸ਼ਨ ਵਾਰ ਕ੍ਰਾਈਮ ਨਾ ਕਿਸੇ ਨੇ ਕੀਤਾ ਹੋਵੇ ਵੀ ਹਜ਼ਾਰਾਂ ਲੋਕਾਂ ਨੂੰ ਮਾਰਿਆ, ਪੀਡੋਫਾਈਲ ਕਿਸਮ ਦਾ ਹੈ, ਜਾਂ ਉਹਦੇ ਜੀਵਨ ਦੇ ਵਿੱਚ ਵੱਡੇ ਅਪਰਾਧ ਨਾ ਹੋਣ। ਇਸੇ ਤਰ੍ਹਾਂ ਜਦੋਂ ਸ਼ਰਨ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਆਉਣਾ ਹੈ ਤੇ ਨੋ ਡਾਊਟ ਵੀ ਰੱਬ ਸਾਰੇ ਗੁਨਾਹ ਬਖਸ਼ ਦਿੰਦਾ, ਅਸੀਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ। ਪਰ ਬੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਸ ਕੇ ਬਹੁਤ ਕ੍ਰਿਮੀਨਲ ਕਿਸਮ ਦੀਆਂ ਐਕਟੀਵਿਟੀ ਕਰਨ ਵਾਲਾ ਬੰਦਾ ਜਿਹੜਾ ਆਪਣਾ ਵਿਹਾਰ ਨਾ ਬਦਲੇ, ਉਹ ਰੱਬ ਦੀ ਜਿਹੜੇ ਸ਼ਰਨ ਨਹੀਂ ਲੈ ਸਕਦਾ। ਕਿਉਂਕਿ ਰੱਬ ਦਾ ਜਿਹੜਾ ਸਿਸਟਮ ਹੈ ਨਾ ਧਰਮ ਦਾ, ਉਹ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ, ਜਿਹੜਾ ਹਿਊਮੈਨਿਟੀ ਦੇ ਖਿਲਾਫ ਹੈ। ਅਸਲ ਦੇ ਵਿੱਚ ਉਹ ਅਕਾਲ ਪੁਰਖ ਦਾ ਜਿਹੜਾ ਜੁਡੀਸ਼ਰੀ ਸਿਸਟਮ ਹੈ, ਸੱਚਾ ਨਿਆਂ ਕਰੇ ਕਰਤਾਰ, ਸੱਚਾ ਨਿਆਂ ਕਰਦਾ। ਇਸ ਕਰਕੇ ਜਦੋਂ ਗੁਰੂ ਸਾਹਿਬ ਤੇ ਭਗਤਵਾਂ ਸਾਹਿਬਾਨ ਅਰਦਾਸਾਂ ਕਰਦੇ ਨੇ ਸਾਧ ਸੰਗਤ ਦੇ ਵਿੱਚ ਆਉਣ ਦੀ, ਸ਼ਰਨ ਲੈਣ ਦੀ, ਤੇ ਤੁਸੀਂ ਵੇਖੋ ਬੜੇ ਪਾਕ ਪਵਿੱਤਰ ਨੇ ਉਹ, ਅਸਲ ਦੇ ਵਿੱਚ ਬਿਲਕੁਲ ਪਿਓਰ ਆਤਮਾਵਾਂ ਨੇ ਜਿਹੜੀਆਂ ਉਸ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਆਉਣ ਲਈ ਕਹਿ ਰਹੀਆਂ ਨੇ। ਤੇ ਜਦੋਂ ਕਿਧਰੇ ਸ਼ਰਨ ਲੈ ਲਈ ਜਾਏ, ਉਸ ਤੋਂ ਬਾਅਦ ਸ਼ਰਨ ਬੰਦਾ ਉਦੋਂ ਹੀ ਲੈਂਦਾ ਪਹਿਲੀ ਗੱਲ ਜਦੋਂ ਬਾਹਰ ਉਹਨੂੰ ਕਿਧਰੇ ਖਤਰਾ ਹੋਵੇ, ਇੰਡੀਆ ਦੇ ਵਿੱਚ ਜਾਂ ਹੋਰ ਦੇਸ਼ਾਂ ਤੋਂ ਆ ਕੇ ਲੋਕ ਸਟੇਟਸ ਇੱਥੇ ਪਾਉਂਦੇ ਨੇ। ਉਸ ਤੋਂ ਬਾਅਦ ਜਦੋਂ ਸ਼ਰਨ ਲੈ ਲਈ ਜਾਏ, ਫਿਰ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਜਿਹਦੀ ਸ਼ਰਨ ਲਈ ਹੈ ਨਾ, ਪ੍ਰੋਟੈਕਟ ਕਰਨ ਦੀ। ਤੇ ਬਾਣੀ ਦੇ ਅੰਦਰ ਜ਼ਿਕਰ ਵੀ ਹੈ, ਨਿਪ ਕਰਨਿਆ ਕੇ ਕਾਰਨੇ ਇੱਕ ਭਇਆ ਪੇਖ ਤਾਰੀ ਕਾ ਮਾਰਥੀ ਸਵਾਰਥੀ ਵਾਕੀ ਪੈ ਸਵਾਰੀ ਭਗਤ ਸਦਨਾ ਜੀ। ਹਜ਼ੂਰ ਕਹਿੰਦੇ ਨੇ ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਆ ਜੋ ਜੰਬਕ ਗਰਾਸੈ। ਵੀ ਜੇ ਸ਼ੇਰ ਦੀ ਸ਼ਰਨ ਦੇ ਵਿੱਚ ਆ ਕੇ ਵੀ ਗਿੱਦੜ ਆ ਕੇ ਅਟੈਕ ਕਰਕੇ ਮਾਰਦੇ, ਤੇ ਫਿਰ ਸ਼ੇਰ ਦੀ ਸ਼ਰਨ ਦੇ ਵਿੱਚ ਜਾਣ ਦਾ ਕੀ ਲਾਭ ਹੈ? ਤੁਸੀਂ ਵੇਖੋ ਇਹਨਾਂ ਦੇਸ਼ਾਂ ਦੇ ਵਿੱਚ ਨਾ ਜਦੋਂ ਕੋਈ ਸ਼ਰਨ ਲੈਂਦਾ ਹੈ ਤੇ ਫਿਰ ਇਹਨਾਂ ਦੀ ਸੋਵਰਨਿਟੀ ਹੈ, ਤੇ ਇਹਨਾਂ ਦੀ ਸੋਵਰਨਿਟੀ ਨੂੰ ਚੈਲੰਜ ਹੁੰਦਾ ਹੈ ਜੇ ਕੋਈ ਇੱਥੇ ਆਏ ਹੋਏ ਇਹਨਾਂ ਦੇਸ਼ਾਂ ਦੇ ਵਿੱਚ ਨਾਗਰਿਕ ਦੀ ਕਤਲ ਕਰੇ। ਤੁਹਾਡੇ ਸਾਹਮਣੇ ਵਾਪਰ ਰਿਹਾ ਜੋ ਕੁਝ ਆ ਪਿੱਛੇ ਜੇ ਜੋ ਸਿੱਖਾਂ ਦੇ ਨਾਲ ਹਿੰਦੁਸਤਾਨ ਦੀ ਗੌਰਮੈਂਟ ਵੱਲੋਂ ਸ਼ਿਕਾਰ ਕੀਤਾ ਗਿਆ, ਸ਼ਹੀਦ ਕੀਤਾ ਗਿਆ, ਤੇ ਇੱਥੋਂ ਦੇ ਕੈਨੇਡਾ ਦੇ ਜਿਹੜੇ ਪੋਲੀਟੀਸ਼ੀਅਨ ਸੀ, ਕਈ ਵਾਰੀ ਅਸੀਂ ਕਹਿੰਦੇ ਵੀ ਇਹ ਪੋਲੀਟਿਕਸ ਵਾਲੀਆਂ ਗੱਲਾਂ, ਹੁਕਮਨਾਮੇ ਦਾ ਸਵੇਰੇ ਵਿਚਾਰ ਹੈ ਤੇ ਉੱਥੇ ਭਗਤੀ ਦੀ ਗੱਲ ਹੋਣੀ ਚਾਹੀਦੀ ਹੈ। ਪਰ ਅਸੀਂ ਜਦੋਂ ਹਰ ਕਥਾ ਦੇ ਵਿੱਚ ਮੀਰ ਮੰਨੂ ਦੀ ਗੱਲ ਕਰ ਸਕਦੇ ਹਾਂ, ਜ਼ਕਰੀਆ ਖਾਨ ਦੀ ਗੱਲ ਕਰ ਸਕਦੇ ਹਾਂ, ਔਰੰਗਜ਼ੇਬ ਦੀ ਗੱਲ ਕਰ ਸਕਦੇ ਹਾਂ, ਤੇ ਅੱਜ ਜਿਹੜਾ ਔਰੰਗਜ਼ੇਬ ਮਾਰ ਰਿਹਾ ਉਹਦੀ ਵੀ ਗੱਲ ਕੀਤੀ ਜਾ ਸਕਦੀ। ਫਿਰ ਅਸੀਂ ਹਿਊਮੈਨਿਟੀ ਦੇ ਵਿੱਚ ਜਦੋਂ ਵੀ ਤੁਸੀਂ ਵੇਖੋ ਕਿਧਰੇ ਵੱਡਾ ਕ੍ਰਾਈਮ ਹੋਵੇ ਨਾ, ਦੂਸਰੇ ਦੇਸ਼ਾਂ ਦੀਆਂ ਪਾਰਲੀਮੈਂਟ, ਸੈਨੇਟ ਦੇ ਵਿੱਚ, ਕਾਂਗਰਸ ਦੇ ਵਿੱਚ ਜਾਂ ਹੋਰ ਥਾਵਾਂ ਤੇ ਗੱਲ ਚੱਲਦੀ ਵੀ ਇਹ ਹਿਊਮੈਨਿਟੀ ਦੇ ਖਿਲਾਫ ਕ੍ਰਾਈਮ ਹੋ ਰਿਹਾ, ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਕੋਰਟ ਹੈ ਨਾ, ਗੁਰੂ ਗ੍ਰੰਥ ਸਾਹਿਬ ਦਾ ਦਰਬਾਰ, ਇੱਥੇ ਤੇ ਸਰਬੱਤ ਦਾ ਭਲਾ ਹੈ, ਇੱਥੇ ਤੇ ਗੁਰੂ ਸਾਹਿਬ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਅਸਲ ਦੇ ਵਿੱਚ ਗੁਰੂ ਸਾਹਿਬ ਆਪਣੇ ਹਯਾਤੀ ਦੇ ਵਿੱਚ ਜਿੱਥੇ ਵੀ ਕਿਧਰੇ ਜ਼ੁਲਮ ਹੁੰਦਾ ਹੈ ਤੇ ਜੰਪ ਕਰਕੇ ਉਹਨਾਂ ਲੋਕਾਂ ਦਾ ਜ਼ੁਲਮ ਦੂਰ ਕਰਨ ਦਾ ਯਤਨ ਕਰਦੇ ਨੇ। ਤੇ ਇਹਦਾ ਮਤਲਬ ਇਹ ਹੈ ਕਿ ਇੱਥੇ ਵੀ ਗੱਲ ਕੀਤੀ ਜਾ ਸਕਦੀ। ਤੇ ਫਿਰ ਉਸ ਤੋਂ ਬਾਅਦ ਜਦੋਂ ਕਿਧਰੇ ਪ੍ਰੂਫ ਮੰਗੇ ਜਾਂਦੇ ਨੇ, ਹੁਣ ਸਾਰੇ ਪ੍ਰੂਫ ਜਿਹੜੇ ਸਾਹਮਣੇ ਆ ਜਾਂਦੇ ਨੇ, ਇਹਦਾ ਮਤਲਬ ਗੁਰੂ ਸਾਹਿਬ ਜੀ ਬਾਣੀ ਦੇ ਅੰਦਰ ਜਿਹੜੀ ਗੱਲ ਕਰ ਰਹੇ ਨੇ ਨਾ ਵੀ ਸ਼ਰਨ ਜਾਣ ਦੀ, ਸੇਮ ਜਦੋਂ ਰੱਬ ਦੀ ਸ਼ਰਨ ਦੇ ਵਿੱਚ ਚਲੇ ਜਾਈਏ, ਭਗਤ ਸਦਨਾ ਜੀ ਕਹਿੰਦੇ ਨੇ ਫਿਰ ਕਰਮ ਜਿਹੜੇ ਜ਼ਰੂਰ ਬਦਲਦੇ ਨੇ। ਜੇ ਕਰਮ ਨਾ ਨਾਸ ਹੈ, ਸਾਡੇ ਕਰਮ ਨਾ ਬਦਲਣ, ਪਹਿਲਾਂ ਅਸੀਂ ਝੂਠ ਬੋਲਦੇ ਸੀ, ਹੁਣ ਫਿਰ ਝੂਠ ਬੋਲਦੇ ਰਹੀਏ ਤੇ ਉੱਤੋਂ ਅੰਮ੍ਰਿਤ ਵੀ ਛਕ ਲਈਏ, ਬਾਣੀ ਵੀ ਰੋਜ਼ ਪੜ੍ਹਦੇ ਹੋਈਏ, ਹਾਜ਼ਰੀ ਵੀ ਜਿਹੜੇ ਕਰਦੇ, ਇਸ ਤਰ੍ਹਾਂ ਨਹੀਂ ਹੋ ਸਕਦਾ। ਇਹਦਾ ਮਤਲਬ ਅਸੀਂ ਪ੍ਰੋਪਰ ਸ਼ਰਨ ਨਹੀਂ ਲਈ। ਜਦੋਂ ਅਸੀਂ
ਅਹਿਸਾਸ ਦੇ ਨਾਲ ਸ਼ਰਨ ਲੈਂਦੇ ਆ ਨਾ, ਸਾਡਾ ਝੂਠ ਬੋਲਣਾ ਚਲਾ ਜਾਂਦਾ ਹੈ। ਅਸੀਂ ਪਰਤਰਾ ਰੂਪ ਨਾ ਪੇਖਿਆ ਨੇਤਰ, ਸਾਡੀ ਦ੍ਰਿਸ਼ਟੀ ਪਵਿੱਤਰ ਹੋ ਜਾਂਦੀ ਹੈ। ਅਸੀਂ ਹਰ ਕਿਸੇ ਨਾਲ ਆਪਣੀ ਮਰਜ਼ੀ ਦੇ ਨਾਲ ਗੁੱਸਾ ਨਹੀਂ ਕਰ ਸਕਦੇ, ਕਿਉਂਕਿ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ, ਸਾਰਿਆਂ ਦਾ ਭਲਾ ਮੰਗਣਾ ਹੁੰਦਾ, ਸਾਡੇ ਕਰਮਾਂ ਦਾ ਫਰਕ ਪੈਣਾ ਹੁੰਦਾ। ਅਸੀਂ ਫਿਰ ਆਪਣੀ ਮਰਜ਼ੀ ਨਾਲ ਕਿਸੇ ਨਾਲ ਹੰਕਾਰ ਦੇ ਵਿੱਚ ਕਿਸੇ ਨੂੰ ਨੀਵਾਂ ਨਹੀਂ ਠਹਿਰਾ ਸਕਦੇ, ਕਿਉਂਕਿ ਜਦੋਂ ਸ਼ਰਨ ਲਈ ਹੈ ਫਿਰ ਅਸੀਂ ਏਕ ਪਿਤਾ ਏਕਸ ਕੇ ਹਮ ਬਾਰਕ, ਉਸ ਅਕਾਲ ਪੁਰਖ ਦੇ ਜਿਹੜੇ ਪ੍ਰਭਾਵ ਦੇ ਵਿੱਚ, ਉਹਦੇ ਨਿਯਮ ਦੇ ਵਿੱਚ, ਉਹਦੇ ਹੁਕਮ 'ਚ ਵਿਚਰਨਾ ਹੁੰਦਾ। ਇਸ ਕਰਕੇ ਜਦੋਂ ਗੁਰੂ ਸਾਹਿਬ ਜੀ ਇਹ ਸ਼ਬਦ ਵਰਤਦੇ ਨੇ ਵੀ ਹੇ ਅਕਾਲ ਪੁਰਖ ਮੈਨੂੰ ਆਪਣੀ ਸ਼ਰਨ ਦੇ, ਇਹਦੇ ਬਹੁਤ ਵੱਡੇ ਅਰਥ ਨੇ। ਕੇਵਲ ਫਿਜ਼ੀਕਲੀ ਕਿਸੇ ਧਾਰਮਿਕ ਸਥਾਨ ਤੇ ਆਉਣਾ ਸ਼ਰਨ ਨਹੀਂ ਹੈ, ਇਹ ਸ਼ਰਨ ਦਾ ਇੱਕ ਯਤਨ ਹੈ ਵੀ ਇੱਥੋਂ ਅਸੀਂ ਸਿੱਖਣਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਇਸ ਤੋਂ ਇੱਕ ਅਗਲਾ ਸਟੈਪ ਹੈ। ਫਿਰ ਜਦੋਂ ਬਾਣੀ ਨੂੰ ਜੀਨੇ ਆ ਉਹਦੇ ਮੁਤਾਬਕ ਫਿਰ ਅਸੀਂ ਸ਼ਰਨ ਦੇ ਵਿੱਚ ਆ ਜਾਂਦੇ ਹਾਂ। ਫਿਰ ਅਕਾਲ ਪੁਰਖ ਵਾਹਿਗੁਰੂ ਜੀ ਹਰ ਥਾਂ ਤੇ ਜਿਹੜੇ ਸੁਭਾਏਮਾਨ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਜਦੋਂ ਇਸ ਤਰ੍ਹਾਂ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ, ਦੀਨਾਨਾਥ, ਗਰੀਬਾਂ ਦਾ ਇੱਕ ਗਰੀਬੀ ਹੁੰਦੀ ਹੈ ਪੈਸੇ ਪੱਖੋਂ ਗਰੀਬ। ਅੱਜ ਪੈਸੇ ਪੱਖੋਂ ਗਰੀਬ ਤੁਹਾਨੂੰ ਬੜੇ ਘੱਟ ਮਿਲਣਗੇ, ਪਰ ਵਿਹਾਰ ਪੱਖੋਂ ਬੰਦਾ ਹੋਰ ਗਰੀਬ ਹੁੰਦਾ ਜਾ ਰਿਹਾ। ਅਸਲ ਦੇ ਵਿੱਚ ਤੁਸੀਂ ਵੇਖੋ ਬੰਦੇ ਕੋਲ ਅੱਜ ਜਿਹੜੇ ਨੇ ਨਾ ਸਾਧਨ ਬਹੁਤ ਜ਼ਿਆਦਾ ਨੇ। ਵੱਡੀਆਂ ਵੱਡੀਆਂ ਡਿਗਰੀਆਂ ਕਰਕੇ ਕੋਈ ਵੱਡੇ ਵੱਡੇ ਡਾਕਟਰ ਨੇ, ਉਹ ਫਾਰਮਾਸਿਊਟੀਕਲ ਕੰਪਨੀਆਂ ਨਾਲ ਮਿਲ ਕੇ ਜਾਂ ਹੋਰ ਕਿਸੇ ਹੌਸਪੀਟਲਸ ਨਾਲ ਮਿਲ ਕੇ ਝੂਠੇ ਆਪਰੇਸ਼ਨ ਕਰਕੇ ਹੋਰ ਲੋਕਾਂ ਨੂੰ ਲੁੱਟ ਰਹੇ ਨੇ। ਤੇ ਬੰਦੇ ਦਾ ਭਾਵੇਂ ਕੋਈ ਵੀ ਲਾਈਫ ਦਾ ਐਸਪੈਕਟ ਵੇਖੋ, ਬੰਦਾ ਹੋਰ ਬੇਈਮਾਨ ਤੋਂ ਬੇਈਮਾਨ ਹੁੰਦਾ ਜਾ ਰਿਹਾ ਹੈ। ਜਿਵੇਂ ਜਿਵੇਂ ਪੈਸਾ ਵੱਧਦਾ, ਬੰਦੇ ਤੇ ਬਲੀਵ ਕਰਨਾ ਔਖਾ ਹੋ ਗਿਆ। ਇਹਦਾ ਮਤਲਬ ਬੰਦਾ ਵਿਹਾਰ ਪੱਖੋਂ ਬੜਾ ਕੰਗਾਲ ਹੋ ਗਿਆ। ਪੈਸਾ ਤੇ ਬੰਦੇ ਕੋਲ ਆ ਗਿਆ, ਪਰ ਬੰਦਾ ਵਿਸ਼ਵਾਸ ਗਵਾ ਬੈਠਾ, ਰਿਸ਼ਤਿਆਂ ਦੇ ਵਿੱਚੋਂ ਵਿਸ਼ਵਾਸ ਗਵਾਚ ਗਿਆ ਹੈ, ਦੂਜਿਆਂ ਨੂੰ ਲੁੱਟ ਰਿਹਾ ਹੈ। ਇਸ ਕਰਕੇ ਤੁਸੀਂ ਵੇਖੋ ਸਾਡੇ ਕੋਲ ਘਰ ਤੇ ਬੜੇ ਬੜੇ ਵੱਡੇ ਹੋ ਗਏ ਨੇ, ਪਰ ਮਾਂ ਪਿਓ ਨੂੰ ਨਾਲ ਰੱਖਣ ਦੀ ਸਾਡੇ 'ਚ ਅਸਲ ਦੇ ਵਿੱਚ ਸਲੀਕਾ ਖਤਮ ਹੋ ਗਿਆ, ਜਾਂ ਭੈਣ ਭਰਾਵਾਂ ਦਾ ਇਕੱਠਾ ਰਹਿਣਾ ਜਿਹੜਾ ਔਖਾ ਹੋ ਗਿਆ। ਇਹਦਾ ਮਤਲਬ ਬੰਦੇ ਦੇ ਜਿਹੜਾ ਮਨ ਜਿਹੜਾ ਹੋਰ ਸੋੜਾ ਹੋ ਗਿਆ। ਬੰਦੇ ਦੇ ਘਰ ਵੱਡੇ ਹੋ ਗਏ ਨੇ, ਮਨ ਸੋੜਾ ਹੋ ਗਿਆ ਹੈ। ਬੰਦਾ ਅਸਲ ਦੇ ਵਿੱਚ ਪੁਲਾੜ ਤੱਕ ਪਹੁੰਚ ਗਿਆ, ਸਪੇਸ ਤੱਕ ਜਾਣ ਦੀਆਂ ਗੱਲਾਂ ਕਰਦਾ ਹੈ, ਪਰ ਬੰਦੇ ਦੀ ਗੁਆਂਢੀਆਂ ਦੇ ਨਾਲ ਮੁਕੱਦਮੇ ਚੱਲ ਰਹੇ ਨੇ। ਬੰਦਾ ਆਲੇ ਦੁਆਲੇ ਦੁਨੀਆ ਦੇ ਅੰਦਰ ਤੁਸੀਂ ਵੇਖੋ ਹਿਊਮੈਨਿਟੀ ਇਨਸੈਂਸਿਟਿਵ ਕਿੰਨੀ। ਆ ਪਿੱਛੇ ਜੇ ਆ ਯੂਕਰੇਨ ਦੇ ਵਿੱਚ ਵਾਰ ਹੁੰਦਾ ਹੈ, ਪਹਿਲਾਂ ਵੀ ਗੱਲ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਦੀ ਕਚਹਿਰੀ 'ਚ ਗੱਲ ਕੀਤੀ ਜਾ ਸਕਦੀ ਸਰਬਤ ਦੇ ਭਲੇ ਦੀ। ਤੇ ਸਾਰੇ ਦੇਸ਼ ਉਦੋਂ UN ਵਰਗੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਬੰਦੇ ਨੇ ਪੈਸੇ ਨਾਲ ਤੇ ਬਾਹਰੋਂ ਪ੍ਰਭਾਵ ਨਾਲ ਬਣਾ ਲਈਆਂ ਨੇ, ਪਰ ਸਾਹਮਣੇ ਛੋਟੇ ਛੋਟੇ ਬੱਚੇ ਮਾਰੇ ਜਾ ਰਹੇ ਨੇ, ਕੋਏ ਜਾ ਰਹੇ ਨੇ, ਤੇ ਉੱਥੇ ਲੋਕਾਂ ਨੂੰ ਖਾਣਾ ਪੀਣਾ ਪਹਿਨਣ ਲਈ ਨਹੀਂ ਮਿਲ ਰਿਹਾ। ਜ਼ਿੰਦਗੀ ਟੋਟਲੀ ਤਬਾਹੋ ਬਰਬਾਦ ਕੀਤੀ ਜਾ ਰਹੀ ਹੈ। ਤੇ ਤੁਸੀਂ ਵੇਖੋ ਵੱਡੇ ਦੇਸ਼ਾਂ ਦੇ ਵਿੱਚੋਂ ਕਿੰਨਾ ਬੰਦਾ ਬੋਲਦਾ ਉਹਨਾਂ ਦੇ ਹੱਕ 'ਚ। ਗੁਰੂ ਨਾਨਕ ਸਾਹਿਬ ਜੀ ਇਸ ਥਾਂ ਤੇ ਹੋਣ, ਤੇ ਗੁਰੂ ਸਾਹਿਬ ਜੀ ਨੇ ਜੇ ਬਾਬਰ ਨੂੰ ਜ਼ਾਬਰ ਕਿਹਾ ਤੇ ਬੋਲਣਗੇ ਹਜ਼ੂਰ। ਤੇ ਕਹਿਣ ਦਾ ਮਤਲਬ ਅਸਲ ਦੇ ਵਿੱਚ ਇਹ ਬੰਦੇ ਦੇ ਵਿਹਾਰ ਦੀ ਕੰਗਾਲਤਾ ਹੈ। ਬਾਹਰੋਂ ਬੰਦਾ ਅਮੀਰ ਹੋਇਆ ਹੈ, ਅੰਦਰੋਂ ਅਸਲ ਦੇ ਵਿੱਚ ਬੰਦੇ 'ਚ ਲੜਾਈਆਂ ਝਗੜੇ ਨੇ, ਇੰਟਰਾਫੇਥ ਝਗੜੇ ਨੇ। ਤੇ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਇੱਥੇ ਜ਼ਿਕਰ ਕਰ ਰਹੇ ਨੇ ਵੀ ਜੇ ਇਹੋ ਜਿਹਾ ਬੰਦਾ ਦੀਨ ਹੋਵੇ ਨਾ, ਰੱਬ ਦੀ ਸ਼ਰਨ ਦੇ ਵਿੱਚ ਆ ਜਾਏ, ਤੇ ਇਹੋ ਜਿਹਾ ਵਿਹਾਰ ਪੱਖੋਂ ਕੰਗਾਲ ਬੰਦੇ ਨੂੰ ਵੀ ਅਕਾਲ ਪੁਰਖ ਬਖਸ਼ਿਸ਼ ਕਰਕੇ ਸੱਚ, ਸੰਤੋਖ, ਦਇਆ, ਧਰਮ, ਪਰਉਪਕਾਰ, ਨੇਕੀ, ਦੂਜਿਆਂ ਲਈ ਸੈਕਰੀਫਾਈਸ, ਦੂਜਿਆਂ ਦਾ ਦੁੱਖ ਦਰਦ ਵੰਡਾਉਣ ਵਾਲਾ, ਇਹ ਅਮੀਰੀ ਬਖਸ਼ਿਸ਼ ਕਰ ਦਿੰਦੇ ਨੇ। ਤੇ ਉਹ ਦੀਨਾਂ ਦਾ ਨਾਥ ਹੈ। ਭਗਤ ਪਰਾਇਣ, ਭਗਤੀ ਦਾ ਭਗਤਾਂ ਨੂੰ ਆਸਰਾ ਦੇਣ ਵਾਲਾ ਹੈ। ਜਿਵੇਂ ਜਿਵੇਂ ਅਸੀਂ ਭਗਤੀ ਦੇ ਵਿੱਚ ਉਤਰਾਂਗੇ ਨਾ, ਬਾਣੀ ਦੀ ਸਟੱਡੀ ਕਰਕੇ, ਬਾਣੀ ਦੇ ਮੁਤਾਬਕ ਜਿੰਦੇ ਰਹਾਂਗੇ, ਸਾਡਾ ਅੰਦਰੋਂ ਉਹ ਅਕਾਲ ਪੁਰਖ ਆਸਰਾ ਬਣੇਗਾ। ਸਾਡਾ ਵਿਹਾਰ ਜਿਹੜਾ ਉਹਦੇ 'ਚ ਰਿਚਨੈਸ, ਅਮੀਰੀ ਆ ਜਾਏਗੀ ਵਿਹਾਰ ਦੇ ਵਿੱਚ। ਅਸੀਂ ਸੱਚ ਬੋਲਣ ਦੀ ਅਮੀਰੀ ਨੂੰ ਮਾਣ ਸਕਾਂਗੇ, ਅਸੀਂ ਦੂਜਿਆਂ ਤੇ ਦਇਆ ਕਰਨ ਦੀ ਅਮੀਰੀ ਨੂੰ ਮਾਣ ਸਕਾਂਗੇ, ਦੂਜਿਆਂ ਦੇ ਗੁਨਾਹਾਂ ਨੂੰ ਮਾਫ ਕਰਨ ਦਾ ਸਲੀਕਾ ਸਾਡੇ ਕੋਲ ਆ ਜਾਏਗਾ। ਇਹ ਅਮੀਰੀ ਸਾਡੇ ਜੀਵਨ ਦਾ ਆਸਰਾ ਬਣ ਜਾਏਗੀ। ਤੇ ਧੰਨ ਗੁਰੂ ਅਰਜਨ ਸਾਹਿਬ ਸੱਚੀ ਸਰਕਾਰ,
ਹਜ਼ੂਰ ਕਹਿੰਦੇ ਨੇ ਮਿਥਨ ਮੋਹ, ਮਿਥਿਆ ਹੋਇਆ ਸਮਾਂ, ਪਦਾਰਥਾਂ ਦਾ ਵੀ ਹੈ, ਬੰਦੇ ਦੇ ਸਰੀਰ ਦਾ ਵੀ ਹੈ। ਗੁਰੂ ਸਾਹਿਬ ਨੇ ਬੜੇ ਕਮਾਲ ਦੀਆਂ ਐਗਜ਼ਾਮਪਲਸ ਦਿੱਤੀਆਂ ਨੇ ਵੀ ਬੰਦਿਆ, ਜੇ ਤੇ ਸੰਸਾਰ ਦੇ ਵਿੱਚ ਤੂੰ ਬਹੁਤ ਲੰਮਾ ਸਮਾਂ ਰਹਿਣਾ ਹੋਵੇ ਜਾਂ ਦੁਬਾਰਾ ਆਉਣਾ ਹੋਵੇ, ਫਿਰ ਤੇ ਮਾਇਆ ਦੇ ਚੱਕਰਾਂ 'ਚ ਫਸ ਕਿਛ ਖਾਜੈ ਕਿਛ ਧਰ ਜਾਈਐ। ਫਿਰ ਤੇ ਤੂੰ ਕਹਿ ਸਕਣਾ ਵੀ ਕੁਝ ਮੈਂ ਖਾ ਚੱਲਿਆ ਤੇ ਕੁਝ ਮੈਂ ਧਰ ਕੇ ਜਾ ਰਿਹਾ। ਜੇ ਬਹੁਤ ਦੁਨੀਆ ਆਈ ਹੈ, ਤੂੰ ਧੀਆਂ ਪੁੱਤਰਾਂ ਨੂੰ ਕਹਿ ਸਕਣਾ ਵੀ ਮੈਂ ਇੱਕ ਵਾਰੀ ਸਰੀਰ ਦਾ ਟਰਮ ਖਤਮ ਹੋ ਗਿਆ, ਅਗਲੇ ਟਨਿਓਰ ਦੇ ਵਿੱਚ ਫੇਰ ਆ ਰਿਹਾ, ਇਸ ਕਰਕੇ ਮੇਰਾ ਪੈਸਾ ਸੰਭਾਲ ਕੇ ਰੱਖਿਓ। ਪਰ ਜਦੋਂ ਤੁਸੀਂ ਜਾਣਾ ਉਦੋਂ ਸਾਰਾ ਕੁਝ ਛੱਡ ਕੇ ਚਲੇ ਜਾਣਾ, ਤੇ ਇਹ ਮਿਥਿਆ ਹੋਇਆ ਹੈ, ਦੁਬਾਰਾ ਦੁਨੀਆ ਦੇ ਵਿੱਚ ਨਹੀਂ ਆਉਣਾ। ਕਿਛ ਖਾਜਾ ਕਿ ਕਿਛ ਧਰ ਜਾਈਐ, ਜੇ ਬਹੁਤ ਦੁਨੀਆ ਆਈ ਹੈ। ਤੇ ਹਜ਼ੂਰ ਕਹਿੰਦੇ ਨੇ ਮਿਥਨ ਮੋਹ ਅਗਨ ਸੋਕ ਸਾਗਰ, ਪਰ ਫਿਰ ਵੀ ਵਿਅਰਥ ਦੀਆਂ ਚਿੰਤਾਵਾਂ ਦੇ ਵਿੱਚ ਨੇ। ਬੰਦੇ ਨੇ ਬਹੁਤ ਕੁਝ ਬਣਾ ਲਿਆ, ਫਿਰ ਵੀ ਜਿੰਨਾ ਜਿੰਨਾ ਪੈਸਾ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਹੋਰ ਚਿੰਤਾ। ਸ਼ੌਕ ਦਾ ਮਤਲਬ ਚਿੰਤਾ ਦੇ ਸਾਗਰ ਦੇ ਵਿੱਚ ਬੰਦਾ ਡੁੱਬਿਆ ਹੈ। ਕਰ ਕਿਰਪਾ ਉਧਰ ਹਰ ਨਾਗਰ, ਇਹ ਸੋਹਣੇ ਵਾਹਿਗੁਰੂ ਮੈਨੂੰ ਇਸ ਦੇ ਚਿੰਤਾ ਦੇ ਵਿੱਚੋਂ ਉਧਾਰ ਮੇਰਾ ਕਰ। ਅਨਾਥਾਂ ਨਾਥ, ਜਿਹਦਾ ਕੋਈ ਵੀ ਮਾਲਕ ਨਹੀਂ, ਉਹ ਅਨਾਥ ਦਾ ਵੀ ਉਹ ਨਾਥ ਹੈ। ਭਗਤ ਭੈ ਮੇਟਨ, ਆਪਣੇ ਭਗਤਾਂ ਦਾ ਭੈ ਮੇਟਣ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ। ਸਾਧ ਸੰਗ, ਜਦੋਂ ਸਾਧ ਸੱਚੇ ਗੁਰੂ ਦੀ ਸੰਗਤ ਬੰਦਾ ਕਰ ਲੈਂਦਾ ਹੈ, ਜਮ ਦੂਤ ਨਾ ਭੇਟਣ, ਉਹਨੂੰ ਮਾਇਆ ਦਾ ਇੱਕ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਵੀ ਡਰ ਨਹੀਂ ਰਹਿੰਦਾ, ਦੂਸਰਾ ਉਹਨੂੰ ਮੌਤ ਦਾ ਵੀ, ਫਿਜ਼ੀਕਲੀ ਮੌਤ ਦਾ ਵੀ ਉਹਨਾਂ ਨੂੰ ਡਰ ਨਹੀਂ ਰਹਿੰਦਾ। ਜੀਵਨ ਰੂਪ, ਉਹ ਅਕਾਲ ਪੁਰਖ ਜੀਵਨ ਦਾ ਰੂਪ ਹੈ, ਕਿਉਂਕਿ ਜੀਵਨ ਚੱਲਣਾ ਹੀ ਸੋ ਜੀਵੈ ਜਿਸ ਮਨ ਵਸਿਆ ਸੋਏ। ਜੇ ਉਹ ਅਕਾਲ ਪੁਰਖ ਸਾਡੇ ਮਨ ਦੇ ਵਿੱਚ ਵਸਿਆ ਤਾਂ ਹੀ ਅਸੀਂ ਸਪਿਰਿਚੁਅਲ ਲਾਈਫ ਮਾਣ ਸਕਾਂਗੇ। ਅਨੂਪ ਦਿਆਲਾ, ਉਹਦੀ ਉਪਮਾ ਉਹ ਆਪਣੇ ਆਪ ਦੇ ਵਿੱਚ ਯੂਨੀਕ ਹੈ, ਉਹਨੂੰ ਕਿਸੇ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ ਵੀ ਰੱਬ ਦੇ ਨਾਮ ਦਾ ਸੁੱਖ ਇਸ ਤਰ੍ਹਾਂ ਦਾ ਜਾਂ ਰੱਬ ਇਸ ਤਰ੍ਹਾਂ ਦਾ ਹੈ। ਉਹ ਦਇਆ ਦਾ, ਕੰਪੈਸ਼ਨ ਦਾ ਘਰ ਹੈ। ਰਵਣ ਗੁਣਾ ਕਟਿਆ ਜਮਜਾਲਾ, ਪਰ ਇਹ ਬੁਰਾਈਆਂ ਤੋਂ ਛੁਟਕਾਰਾ ਉਦੋਂ ਹੋਣਾ ਜਦੋਂ ਸਾਨੂੰ ਰੱਬ ਯਾਦ ਆਏਗਾ। ਜਦੋਂ ਅਸੀਂ ਕਿਸੇ ਨਾਲ ਝੂਠ ਬੋਲਣ ਲੱਗਾਂਗੇ ਤੇ ਸਾਨੂੰ ਯਾਦ ਆ ਜਾਏਗਾ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਫਿਰ ਉਹ ਝੂਠ ਦੀ ਜਿਹੜੀ ਜਾਲਾ ਹੈ ਜਾਂ ਜਾਲ ਉਹ ਕੱਟਿਆ ਜਾਏਗਾ। ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਤੇ ਕਰੋਪੀ ਸਾਡੀ ਹੁੰਦੀ, ਗੁੱਸੇ ਦੇ ਵਿੱਚ ਬੰਦਾ ਤਬਾਹੋ ਬਰਬਾਦ ਕਰਦਾ, ਖਿਮਾ ਆ ਜਾਏਗੀ, ਦਇਆ ਆ ਜਾਏਗੀ। ਇਹਦਾ ਮਤਲਬ ਉਹ ਦਇਆ ਦੇ ਨਾਲ ਸਾਡੇ ਅੰਦਰ ਦਾ ਗੁੱਸਾ ਕੱਟਿਆ ਜਾਏਗਾ। ਇਸੇ ਤਰ੍ਹਾਂ ਜਦੋਂ ਬੰਦਾ ਕਦੇ ਵੀ ਗਲਤ ਫੈਸਲਾ ਲੈਂਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਭਿਆਸ, ਉਹ ਬਾਣੀ ਜਦੋਂ ਯਾਦ ਆ ਜਾਏਗੀ ਤੇ ਰਵਣ ਗੁਣਾ ਯਾਦ ਕਰਕੇ ਸਾਡੇ ਅੰਦਰ ਦੇ ਜਮ ਜਾਲ ਕੱਟੇ ਜਾਣਗੇ। ਅੰਮ੍ਰਿਤ ਨਾਮ ਰਸਨ ਨਿਤ ਭਾਖੈ, ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਰਸਨਾ ਸੱਚ ਹੀ ਬੋਲਦੀ, ਅੰਮ੍ਰਿਤ ਨਾਮ ਜਪਦੀ ਹੈ। ਰੋਗ ਰੂਪ ਮਾਇਆ ਨਾ ਵਿਆਪੈ, ਰੋਗ ਰੂਪ ਮਾਇਆ ਨਹੀਂ ਉਸ ਬੰਦੇ ਨੂੰ ਵਿਆਪਦੀ। ਜਪ ਗੋਬਿੰਦ ਸੰਗੀ ਸਭ ਤਾਰੇ, ਰੱਬ ਨੂੰ ਜਪ ਕੇ ਅਕਾਲ ਪੁਰਖ ਨੂੰ, ਜਿਹੜਾ ਧਰਤੀ ਨੂੰ ਸਾਰੀ ਨੂੰ ਕੰਟਰੋਲ ਕਰਕੇ ਰੱਖ ਰਿਹਾ ਹੈ। ਸੰਗੀ ਸਭ ਤਾਰੇ ਦਾ ਮਤਲਬ ਸਾਡੇ ਮਨ ਦੇ ਸੰਗੀ ਜਿਹੜੇ ਗਿਆਨ ਇੰਦਰੇ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਮੇਰੇ। ਤੇ ਫਿਰ ਸੰਸਾਰ ਦੇ ਵਿੱਚ ਵੀ ਵਿਚਰਦਿਆਂ ਹੋਇਆਂ ਜਿਹੜਾ ਜਿਹੜਾ ਇਹੋ ਜਿਹੇ ਮਨੁੱਖ ਦੇ ਸੰਪਰਕ ਦੇ ਵਿੱਚ ਆਉਂਦਾ ਉਹ ਤਰਿਆ ਜਾਂਦਾ ਹੈ। ਤੇ ਹਜ਼ੂਰ ਕਹਿੰਦੇ ਨੇ ਪੋਹਤ ਨਾਹੀ ਪੰਜ ਬਟਵਾਰੇ, ਪੰਜ ਵਿਕਾਰ ਅਸਰ ਨਹੀਂ ਕਰਦੇ ਬੰਦੇ ਦੇ ਮਨ ਤੇ। ਮਨ ਬਚ ਕਰਮ ਪ੍ਰਭ ਏਕ ਧਿਆਏ, ਫਿਰ ਬੰਦਾ ਮਨ ਕਰਕੇ ਵੀ ਰੱਬ ਨੂੰ ਧਿਆਉਂਦਾ ਤੇ ਸ਼ਬਦ ਬੋਲਦਾ, ਉਹ ਵੀ ਰੱਬ ਦੀ ਭਗਤੀ ਹੁੰਦੀ ਹੈ। ਤੇ ਜਿਹੜੇ ਕਰਮ ਕਰਦਾ ਉਹ ਗੁਰਮੁਖ ਰੋਮ ਰੋਮ ਹਰ ਧਿਆਵੈ, ਉਹਦਾ ਵਿਚਰਨਾ ਹੀ ਰੱਬ ਦੀ ਭਗਤੀ ਬਣ ਜਾਂਦਾ, ਧਿਆਉਂਦਾ ਹੈ। ਤੇ ਹਜ਼ੂਰ ਕਹਿੰਦੇ ਨੇ ਸਰਬ ਫਲਾਂ ਸੋਈ ਜਨ ਪਾਏ, ਇਹੋ ਜਿਹਾ ਮਨੁੱਖ ਜਦੋਂ ਵੀ ਇਹੋ ਜਿਹਾ ਭਗਤ ਜਿਹੜੇ ਵੀ ਕੰਮ ਨੂੰ ਹੱਥ ਪਾਏ ਉਹ ਸਾਰੇ ਫਲ ਉਹਨੂੰ ਮਿਲਦੇ ਨੇ ਜ਼ਿੰਦਗੀ ਦੇ ਅੰਦਰ, ਕਿਉਂਕਿ ਉਹਦੀ ਸ਼ਖਸੀਅਤ ਇੰਨੀ ਉੱਚੀ ਹੋ ਜਾਂਦੀ। ਧਾਰ ਅਨੁਗਰੋ ਆਪਣਾ ਪ੍ਰਭ ਕੀਨਾ, ਉਸ ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਆਪਣਾ ਬਣਾ ਲਿਆ। ਕੇਵਲ ਨਾਮ ਭਗਤ ਰਸ ਦੀਨਾ, ਰੱਬ ਦਾ ਵਾਹਿਗੁਰੂ ਜੀ ਨੇ ਮੈਨੂੰ ਨਾਮ ਭਗਤੀ ਤੇ ਭਗਤੀ ਦੇ ਵਿੱਚ ਰਸ ਬਖਸ਼ਿਸ਼ ਕਰ ਦਿੱਤਾ। ਹੁਣ ਆਦ ਮੱਧ ਅੰਤ ਪ੍ਰਭ ਸੋਈ, ਜੀਵਨ ਦੀ ਆਰੰਭਤਾ, ਵਰਤਮਾਨ ਤੇ ਅੰਤਮ ਸਮੇਂ ਉਹ ਅਕਾਲ ਪੁਰਖ ਵਾਹਿਗੁਰੂ ਹੀ ਮੇਰਾ ਆਸਰਾ ਹੈ। ਨਾਨਕ ਤਿਸ ਬਿਨ ਅਵਰ ਨਾ ਕੋਈ, ਉਸ ਤੋਂ ਬਿਨਾਂ ਉਹਦੇ ਬਰਾਬਰ ਪਾਵਰਫੁਲ ਸ਼ਖਸੀਅਤ ਹੋਰ ਕੋਈ ਨਹੀਂ। ਗੁਰੂ ਸਾਹਿਬ ਜੀ ਮਿਹਰ ਕਰਨ ਇਸ ਸ਼ਬਦ ਦੇ ਅੰਦਰ
ਜੋ ਸਾਨੂੰ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਜੀਵਨ ਦਾ ਹਿੱਸਾ ਬਣ ਜਾਏ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਦੀ ਸਾਂਝ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ